ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ 328 ਪਾਵਨ ਸਰੂਪਾਂ ਨੂੰ ਲੈ ਕੇ ਮਾਮਲਾ ਲਗਾਤਾਰ ਹੀ ਭਖਦਾ ਜਾ ਰਿਹਾ ਆ। ਪਿਛਲੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਵੱਲੋਂ ਜਿੱਥੇ ਦੋਸ਼ੀਆਂ ਦੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਅਦਾਲਤ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਅੰਮ੍ਰਿਤਸਰ ਨੂੰ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀਗਾ। ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਗਈ ਸੀ 328 ਪਾਵਨ ਸਰੂਪੇ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਤਾਂ ਕੋਰਟ ਵੱਲੋਂ 7 ਤਰੀਕ ਜਿਹੜੀ ਉਹ ਦਿੱਤੀ ਗਈ ਸੀ ਤੇ ਅੱਜ ਜਿਹੜੀ ਆ ਉਸ ਦੀ 7 ਤਰੀਕ ਹੈ। ਤਾਂ ਅੱਜ ਜਿਹੜੇ ਆ ਜਥੇਬੰਦੀ ਦੇ ਲੋਕ ਇੱਥੇ ਪਹੁੰਚੇ ਹੋਏ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗੁੰਮ ਹੋਏ ਸਨ, ਜਿਸ ਨੂੰ ਲੈ ਕੇ ਮਾਮਲਾ ਲਗਾਤਾਰ ਹੀ ਭਖਦਾ ਜਾ ਰਿਹਾ। ਤਾਂ ਸਿੱਖ ਜਥੇਬੰਦੀਆਂ ਵੱਲੋਂ ਅੱਜ ਕੋਰਟ ਦੇ ਵਿੱਚ ਤਰੀਕ ਸੀ, ਗੱਲਬਾਤ ਕਰਾਂਗੇ। ਅੱਜ ਜਿਹੜੀ ਤਰੀਕ ਸੀਗਾ, ਕੀ ਭਰੋਸਾ ਦਿੱਤਾ ਗਿਆ ਤੁਹਾਨੂੰ? ਅੱਜ ਜਿਹੜਾ ਕੋਰਟ ਦਾ ਕੋਰਮ ਸੀਗਾ, ਇਹ ਸੁਣਵਾਈ 2 ਜੱਜਾਂ ਤੋਂ ਘੱਟ ਨਹੀਂ ਹੋ ਸਕਦੀ। ਜੱਜ ਸਾਹਿਬ ਨੇ ਉਸ ਬਾਰੇ ਕਿਹਾ ਕਿ ਅੱਜ ਉਹ ਇਸ ਕੇਸ ਦੀ ਸੁਣਵਾਈ ਨਹੀਂ ਕਰ ਸਕਦੇ ਕਿਉਂਕਿ ਉਹ ਇਕੱਲੇ ਹੈਗੇ। ਦੂਜਾ, ਇਹਨਾਂ ਦੇ ਦਫ਼ਤਰ ਦੇ ਵਿੱਚ ਸਟੈਨੋ ਦਾ ਬਿਮਾਰੀ ਹੋਣ ਕਰਕੇ ਇਹਨਾਂ ਦਾ ਆਪ ਦੀ ਬੰਦੋਬਸਤ ਹੈ ਨਹੀਂ ਸੀਗੇ ਤੇ ਇਹਨਾਂ ਨੇ ਅੱਗੇ 28 ਤਰੀਕ ਦੇ ਕਰੀਬ ਸਾਨੂੰ ਤਰੀਕ ਦੇਣ ਦਾ ਫੈਸਲਾ ਲਿੱਤਾ ਹੈਗਾ ਤੇ ਇਹ ਆਪਣੀਆਂ ਮਜਬੂਰੀਆਂ ਦੱਸਦੇ ਹੋਏ ਅੱਗੇ ਤਰੀਕ ਪਾਈ ਹੈ। ਤੁਹਾਡੇ ਵੱਲੋਂ ਐਪਲੀਕੇਸ਼ਨ ਕਦੋਂ ਦਿੱਤੀ ਗਈ ਸੀ? ਸਾਡੀ ਐਪਲੀਕੇਸ਼ਨ ਪਿਛਲੇ ਹਫਤੇ ਦਿੱਤੀ ਗਈ ਸੀ, 30 ਨੂੰ ਦਿੱਤੀ ਸੀ ਜੀ। ਹਾਂਜੀ ਹਾਂ, ਪਰ ਮਾਮਲਾ ਤੇ ਕਾਫੀ ਪੁਰਾਣਾ ਹੈ। 30 ਨੂੰ ਕਿਉਂ ਦਿੱਤੀ ਗਈ, ਹੁਣ ਕਿਉਂ ਦਿੱਤੀ ਗਈ? ਪਹਿਲਾਂ ਵੀ ਦੇ ਸਕਦੇ ਸੀ ਆਪਾਂ। ਅਸੀਂ ਇਸ ਤੋਂ ਉਪਰੰਤ ਜਦ ਲੌਂਗੋਵਾਲ ਸਾਹਿਬ ਪ੍ਰਧਾਨ ਸੀਗੇ, ਅਸੀਂ ਧਰਨੇ ਦੇ ਤੌਰ ਤੇ ਉਹਨਾਂ ਦੇ ਸਾਹਮਣੇ ਜਾ ਕੇ ਅਪੀਲ ਕੀਤੀ ਸੀ ਕਿ SGPC ਦੇ ਹੱਥ 'ਚ ਇਹਦੇ ਬਾਰੇ ਇਨਕੁਆਇਰੀ ਕਰਨਾ, ਪੜਤਾਲ ਕਰਨਾ, ਉਹਦੇ ਹੱਥ 'ਚ ਸਾਰਾ ਕੁਝ ਹੈਗਾ। ਔਰ ਅਸੀਂ ਉਹਨਾਂ ਦੇ ਸਾਹਮਣੇ ਬੈਠ ਕੇ ਮਹੀਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਹਦੀ ਪੜਤਾਲ ਕਰੋ, ਸਾਨੂੰ ਗੁਰੂ ਸਾਹਿਬ ਪਿਆਰੇ ਆ, ਲੱਭ ਕੇ ਦਿਓ। ਉਹਨਾਂ ਨੇ ਇਹਦੇ ਬਾਰੇ ਅਣਗਹਿਲੀ ਕੀਤੀ। ਫਿਰ ਅਸੀਂ ਬੀਬੀ ਜਗੀਰ ਕੌਰ ਦੇ ਘਰ ਸਾਹਮਣੇ ਪਹਿਰਾ ਦਿੱਤਾ। ਅਸੀਂ ਚਾਹੁੰਦੇ ਸੀ ਕਿ ਜਿਹੜਾ ਸਾਡਾ ਗੁਰੂ ਘਰ ਹੈ ਉਹ ਆਪਣੀਆਂ ਕਮੀਆਂ ਪੂਰੀਆਂ ਆਪ ਕਰ ਲੇ। ਜਦ ਇਹ ਗੂੰਗੇ ਬੋਲੇ, ਅਸੀਂ ਮੈਂਬਰਾਂ ਨੂੰ ਵੀ ਪੈਂਫਲੇਟ ਵੰਡੇ। ਜਦ ਇਹਨਾਂ ਦੇ ਇਜਲਾਸ ਹੁੰਦੇ ਸੀ ਉੱਥੇ ਵੀ ਗਏ। ਅਸੀਂ ਹੁਣ ਬੇਗੋਵਾਲ ਬੀਬੀ ਦੇ ਘਰ ਦੇ ਸਾਹਮਣੇ ਧਰਨੇ ਰੱਖੇ ਹੈ, ਪਰ ਇਹ ਜਮਾਂ ਹੀ ਬੋਲੇ ਹੋਏ ਹੈ ਤੇ ਇਹਨਾਂ ਦੇ ਸਿਰ ਤੇ ਜੂੰ ਨਹੀਂ ਖੜਕਦੀ ਹੈਗੀ। ਫਿਰ ਅਸੀਂ ਡਾਇਰੈਕਟ ਐਕਸ਼ਨ ਦੇ ਹਾਰ ਤੋਂ ਬਾਅਦ ਅਸੀਂ ਹੁਣ ਜੁਡੀਸ਼ਲ ਕਮਿਸ਼ਨ ਦੇ ਦਰਵਾਜ਼ੇ ਖੜਕਾਏ ਹੈਗੇ। ਤੁਹਾਨੂੰ ਲੱਗਦਾ ਹੈ ਇੱਥੋਂ ਤੁਹਾਨੂੰ ਇਨਸਾਫ ਮਿਲ ਜਾਊਗਾ? ਅਸੀਂ ਕਾਰਵਾਈ ਅਮਨ ਪਸੰਦ ਤਰੀਕੇ ਨਾਲ, ਕਾਨੂੰਨ ਪਸੰਦ ਤਰੀਕੇ ਨਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰਦੀ ਆਈ ਹੈ। ਚਾਹੇ ਉਹ ਅਣਪਛਾਤੀਆਂ ਲਾਸ਼ਾਂ ਦਾ ਕੰਮ ਹੋਏ ਜਾਂ ਜਿਹੜੇ ਸਾਡੇ ਅਬਡਕਸ਼ਨ ਹੁੰਦੇ ਸੀਗੇ, ਉਦੋਂ ਤੋਂ ਅਸੀਂ ਕਾਨੂੰਨ ਦੇ ਦਰਵਾਜ਼ੇ ਖੜਕਾਉਂਦੇ ਆਏ ਹਾਂ। ਅੱਜ ਤੱਕ ਕਈ ਕੇਸਾਂ 'ਚ, ਜਿਵੇਂ ਅਜੀਤ ਸਿੰਘ ਸੰਧੂ ਦੇ ਕੇਸ 'ਚ ਸਾਨੂੰ ਇਨਸਾਫ ਦੇ ਨੇੜੇ ਪਹੁੰਚਾਇਆ, ਪਰ ਬਹੁਮਤ ਜੁਡੀਸ਼ਰੀ ਨੇ ਸਾਨੂੰ ਹਾਰ ਹੀ ਦਿਖਾਈ ਹੈ ਤੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫਰਾਰ ਕੀਤਾ ਹੈਗਾ। ਪਰ ਕਿਉਂਕਿ ਸਾਡੀ ਇੱਕ ਰਾਜਨੀਤਿਕ ਪਾਰਟੀ ਹੈ ਔਰ ਅਸੀਂ ਅਮਨ ਤੇ ਪਸੰਦ ਤਰੀਕੇ, ਕਾਨੂੰਨ ਤਰੀਕੇ, ਡੈਮੋਕ੍ਰੈਟਿਕ ਤਰੀਕੇ ਅਪਣਾਉਂਦੇ ਹਾਂ, ਅਸੀਂ ਲਗਾਤਾਰ ਇਸ ਤੇ ਕੰਮ ਕਰਦੇ ਆਏਂਗੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਹੋਰ ਵੀ ਆਗੂ ਨੇ, ਗੱਲਬਾਤ ਕਰਾਂਗੇ। ਅੱਜ ਤੁਹਾਡੇ ਵੱਲੋਂ ਕੋਰਟ ਦੇ ਵਿੱਚ ਤਰੀਕ ਸੀ, ਕੋਰਟ ਨੇ ਕੀ ਭਰੋਸਾ ਦਿੱਤਾ ਗਿਆ ਤੇ ਕਿਸ ਕੇਸ ਨੂੰ ਲੈ ਕੇ ਤੁਸੀਂ ਆਏ ਸੀ? ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਵਨ ਸਰੂਪ 328 ਇੱਕ ਗਿਣੀ ਮਿਥੀ ਸਾਜ਼ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਜੋ ਸਿੱਖੀ ਦਾ ਧੁਰਾ ਸੀ, ਜਿਹੜੀ ਸਿੱਖੀ ਦਾ ਪ੍ਰਚਾਰ ਹੋਣਾ ਸੀ, ਜਾਤ ਪਾਤ ਤੋਂ ਸਾਨੂੰ ਪਾਸੇ ਕੱਢਣਾ ਸੀ, ਮਾਨਵਤਾ ਦੇ ਨਾਲ ਜੋੜਨਾ ਸੀ, ਉੱਥੋਂ ਸਾਡੇ ਗੁਰੂ ਸਾਹਿਬ ਗਾਇਬ ਹੋ ਗਏ ਹੈ। ਅਸੀਂ ਆਲਾ ਸਾਹਿਬ ਨੂੰ ਮਿਲੇ ਸੀਗੇ, ਅਸੀਂ ਸਾਰੀ ਕਮੇਟੀ ਨੂੰ ਵੀ ਮਿਲੇ ਸੀਗੇ। ਉਸ ਤੋਂ ਬਾਅਦ ਅਸੀਂ ਲੌਂਗੋਵਾਲ 'ਚ ਧਰਨਾ ਦਿੱਤਾ। ਅਸੀਂ ਕਿਹਾ ਕਿ ਸਾਡੇ ਗੁਰੂ ਕਿੱਥੇ ਹੈ, ਕੌਣ ਲੈ ਗਿਆ, ਕਿਉਂ ਲੈ ਗਿਆ ਤੇ ਦੱਸਦੇ ਕਿਉਂ ਨਹੀਂ, ਕੀ ਕਾਰਨ ਹੈ। ਉਸ ਤੋਂ ਬਾਅਦ ਬੀਬੀ ਜਗੀਰ ਕੌਰ ਦੇ ਘਰ ਅੱਗੇ ਧਰਨਾ, ਬੀਬੀ ਜਗੀਰ ਕੌਰ ਦੱਸ ਸਾਡੇ ਗੁਰੂ ਕਿੱਥੇ ਆ, ਕੌਣ ਲੈ ਗਿਆ ਤੇ ਕਿਉਂ ਨਹੀਂ ਦੱਸਦੇ ਤੇ ਨਾ ਦੱਸਣ ਦੇ ਕੀ ਕਾਰਨ ਹੈ। ਤੇ ਪ੍ਰਕਾਸ਼ ਸਿੰਘ ਬਾਦਲ ਵੀ ਮੂਕ ਦਰਖਤ ਬਣ ਕੇ ਚੁੱਪ ਰਿਹਾ। ਜਦੋਂ ਸਾਨੂੰ ਕਿਸੇ ਇਨਸਾਫ ਨਹੀਂ ਮਿਲਿਆ, ਧਰਨਾ ਲਗਾਤਾਰ ਹਜੇ ਤੱਕ ਚੱਲ ਰਿਹਾ। ਫਿਰ ਅਸੀਂ 328 ਸਰੂਪਾਂ ਦਾ ਜਿਹੜਾ ਕੇਸ ਹੈ, ਅੱਜ ਸਤਨਾਮ ਸਿੰਘ ਕਲੇਰ ਜਿਹੜਾ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਅੱਗੇ ਅਸੀਂ ਕੇਸ ਪਿਛਲੇ 30 ਤਰੀਕ ਨੂੰ ਲੈ ਕੇ ਆਏ ਸੀਗੇ। ਉਸ ਦਿਨ ਜੱਜ
ਸਾਹਿਬ ਜਿਹੜੇ ਸੀ ਉਹ ਨਹੀਂ ਸਨ। ਅੱਜ ਜੱਜ ਸਾਹਿਬ ਦੇ ਕੋਲੇ ਅਸੀਂ ਆਪਣਾ ਕੇਸ ਪੇਸ਼ ਕੀਤਾ, ਉਹਨਾਂ ਨੇ ਸਾਡੀ ਗੱਲ ਸੁਣੀ ਹੈ। ਇੱਕ ਤਾਂ ਉਹਨਾਂ ਦੇ ਮੁਲਾਜ਼ਮ ਨੂੰ ਕੋਵਿਡ ਹੋਇਆ, ਇੱਕ ਉਹ ਕੋਰਮ ਨਹੀਂ ਪੂਰਾ, ਇੱਕ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਇਨਸਾਫ ਦੇਵਾਂਗਾ, ਸੱਚ ਦਾ ਸੱਚ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਸੱਚ ਝੂਠ ਕਰਾਂਗੇ। ਪਰ ਫਿਰ ਵੀ ਅਸੀਂ ਲੜਾਈ ਲੜੀ ਜਾਂਦੇ ਹਾਂ। ਇਹ ਜੁਡੀਸ਼ੀਅਲ ਕਮਿਸ਼ਨ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ, ਪਰ ਫਿਰ ਵੀ ਅਸੀਂ ਆਪਣੀ ਜਦੋਜਹਿਦ ਜਿਹੜੀ ਆ ਜਾਰੀ ਰੱਖਾਂਗੇ। ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਤੇ ਅਗਲੀ ਜਿਹੜੀ ਤਰੀਕ ਆ ਉਹ 28 ਪਈ ਆ। 28 ਦੇ ਵਿੱਚ ਇਹ ਸਾਡੇ ਕੇਸ ਦੀ ਸੁਣਵਾਈ ਕਰਕੇ ਅੱਗੇ ਕਰਨਗੇ। ਅਸੀਂ ਸਾਰੀਆਂ ਪੂਰੀਆਂ ਗਵਾਹੀਆਂ ਤੇ ਅਥੈਂਟਿਕ ਸਾਰਾ ਕੁਝ ਦਿੱਤਾ। ਸਾਨੂੰ ਜਦੋਂ ਜਿਹੜਾ ਹਰਪ੍ਰੀਤ ਸਿੰਘ ਸੀਗੇ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਲਿਫਾਫੇ ਚੋਂ ਨਿਕਲਿਆ, ਬੀਬੀ ਜਗੀਰ ਕੌਰ ਵੀ ਉਹਦੇ ਚੋਂ ਨਿਕਲੀ, ਨਾ ਤਾਂ ਬੀਬੀ ਜਗੀਰ ਕੌਰ ਨੇ ਕੋਈ ਇਨਸਾਫ ਦਿੱਤਾ, ਨਾ ਲੌਂਗੋਵਾਲ ਨੇ ਇਨਸਾਫ ਦਿੱਤਾ, ਨਾ ਸਾਡੇ ਸਿੱਖ ਪਾਰਲੀਮੈਂਟ ਦੇ ਮੈਂਬਰ ਹੈ ਐਸਜੀਪੀਸੀ ਮੈਂਬਰ, ਉਹਨਾਂ ਨੇ ਇਨਸਾਫ ਦਿੱਤਾ। ਅਸੀਂ ਇਹ ਸਾਰੇ ਮੈਂਬਰਾਂ ਦੇ ਅੱਗੇ ਘਰਾਂ ਅੱਗੇ ਜਾ ਕੇ, ਮਹਿਤੇ ਦੇ ਘਰ ਅੱਗੇ ਜਾ ਕੇ, ਲੌਂਗੋਵਾਲ ਦੇ ਘਰ ਦੇ ਅੱਗੇ ਜਾ ਕੇ, ਅੰਤਰੰਗ ਕਮੇਟੀ ਦੇ ਘਰ ਅੱਗੇ ਜਾ ਕੇ ਅਸੀਂ ਇੱਕ ਜ਼ਮੀਰ ਜਗਾਓ ਪੱਤਰ ਦਿੱਤਾ ਸੀ, ਪਰ ਇਹਨਾਂ ਦੀ ਸਾਰਿਆਂ ਦੀ ਜ਼ਮੀਰ ਮਰੀ ਹੋਈ ਹੈ। ਤੇ ਸਿੱਖੀ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸੰਭਾਲ ਲੈਂਦਾ। ਉਹ ਤਾਂ ਡਰ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਡਰ ਰਹੇ, ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਡਰ ਰਹੇ ਆ, ਸੁਖਬੀਰ ਸਿੰਘ ਬਾਦਲ ਤੋਂ ਡਰ ਰਹੇ ਆ। ਉਹਨਾਂ ਨੂੰ ਗੁਰੂ ਦਾ ਡਰ ਨਹੀਂ, ਉਹਨੂੰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਦਾ ਡਰ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਸਾਰੇ ਡਰ ਚੋਂ ਨਿਕਲ ਕੇ ਸਿੱਖ ਕੌਮ ਨੂੰ ਜਿਹੜਾ ਪੂਰਾ ਅੱਜ ਇਨਸਾਫ ਮਿਲੇ। ਹਾਈ ਕੋਰਟ ਨੇ ਜਿਹੜੀ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਸੀ ਉਹ ਖਾਰਜ ਕਰ ਦਿੱਤੀ। ਉਸ ਦਾ ਜਿਹੜਾ ਸਿੱਖ ਜਥੇਬੰਦੀਆਂ ਨੂੰ ਜਾਂ ਲੋਕਾਂ ਨੂੰ ਜਿਹੜਾ ਸੀ ਇਨਸਾਫ ਨਹੀਂ ਮਿਲਿਆ, ਤੁਹਾਨੂੰ ਲੱਗਦਾ 328 ਪਾਵਨ ਸਰੂਪਾਂ ਦਾ ਤੁਹਾਨੂੰ ਇਨਸਾਫ ਇਸ ਕੋਰਟ ਦੇ ਵਿੱਚੋਂ ਮਿਲ ਜੂਗਾ? ਸਿੱਖ ਕੌਮ ਮਿਲੇ ਨਾ ਮਿਲੇ, ਇਨਸਾਫ ਮਿਲੇ ਨਾ ਮਿਲੇ, ਸਿੱਖਾਂ ਦਾ ਫਰਜ਼ ਹੈ ਜਦੋਜਹਿਦ ਕਰਨਾ। ਜਦੋਂ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਇੱਕ ਗਿਣੀ ਮਿਥੀ ਸਾਜ਼ ਦੇ ਤਹਿਤ ਸਰਸੇ ਵਾਲੇ ਸਾਹਿਬ ਦੇ ਚੇਲਿਆਂ ਨੇ ਚੋਰੀ ਕਰ ਲਏ ਗਏ, ਤਾਂ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਆ 6 ਬੰਦੇ ਫੜ ਲਾ। 6 ਬੰਦੇ ਫੜਨ ਦੀ ਬਜਾਏ ਸਾਨੂੰ ਫੜ ਲਿਆ। ਹੁਣ ਕਹੇ 6 ਦੇ ਵਿੱਚ ਦੋਸ਼ੀ ਹੈ ਤੇ ਇਹ ਚੋਰੀ ਸਰਸੇ ਵਾਲੇ ਸਾਹਿਬ ਦੇ ਚੇਲਿਆਂ ਨੇ ਕੀਤੀ ਹੈ। ਤੇ ਪ੍ਰਕਾਸ਼ ਸਿੰਘ ਬਾਦਲ ਨੇ ਫਿਲਮ ਲੱਗੀ ਸੀ ਮੈਸੇਂਜਰ ਆਫ ਗੋਡ, ਉਹਦੀ ਰਾਖੀ ਕਰਦਾ ਰਿਹਾ ਤੇ ਸਾਨੂੰ ਅੰਦਰ ਠੋਕਦਾ ਰਿਹਾ। ਅਸੀਂ ਜੇਲ੍ਹਾਂ 'ਚ ਗਏ, ਉਸ ਤੋਂ ਬਾਅਦ ਇਨਸਾਫ ਨਹੀਂ ਮਿਲਿਆ। ਫੇਰ ਕੀ ਕੀਤਾ, ਧਮਕੀ ਪੱਤਰ ਲੱਗ ਗਏ। ਧਮਕੀ ਪੱਤਰਾਂ 'ਚ ਕੀ ਲਿਖਿਆ, ਉਹ ਬਗਰਾੜੀ ਗੁਰਦੁਆਰੇ 'ਚ ਲੱਗ ਗਏ ਤੇ ਹੋਰ ਪਿੰਡ 'ਚ ਲੱਗ ਗਏ। ਕਹਿੰਦਾ ਤੁਹਾਡੇ ਸਿੱਖਾਂ ਦੇ ਪੱਲੇ, ਤੁਹਾਡੇ ਪ੍ਰਚਾਰਕਾਂ ਦੇ ਪੱਲੇ ਕੱਖ ਨਹੀਂ, ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਆ, ਇਹ ਜੇ ਗੁਰੂ ਤੁਸੀਂ ਲੱਭ ਲਿਆ ਤੇ 10 ਲੱਖ ਰੁਪਈਏ ਦਾ ਨਾਮ ਸਲਾਵਤਪੁਰ ਦੇ ਡੇਰੇ 'ਚੋਂ ਲੈ ਜਾ ਜੇ, ਪਰ ਗੁਰੂ ਤੁਸੀਂ ਲੱਭਣਾ ਨਹੀਂ ਤੇ ਗੁਰੂ ਦੀ ਬੇਅਦਬੀ ਕਰਾਂਗੇ। ਉਹਨਾਂ ਨੇ ਉਹੀ ਚੈਲੰਜ ਕੀਤਾ ਸਿੱਖ ਕੌਮ ਨੂੰ, ਕੋਈ ਨਾ ਬੋਲੇ, ਨਾ ਪੁਲਿਸ ਬੋਲੀ, ਮੂਕਦਰਸ਼। ਉਹਨਾਂ ਨੇ ਉਹੀ ਅੰਗ ਬਗਰਾੜੀ ਦੀਆਂ ਗਲੀਆਂ 'ਚ ਖਰਾਲ ਲਏ। ਤੁਸੀਂ ਵੀ ਰੋਏ, ਅਸੀਂ ਵੀ ਰੋਏ, ਪ੍ਰੈਸ ਵੀ ਰੋਏ, ਉਹਦੇ ਸਾਰੀਆਂ ਕੌਮਾਂ ਜਿਹੜੀਆਂ ਮਾਨਵਤਾਵਾਦੀ ਰੋਈਆਂ ਕਰਲਾਈਆਂ। ਉਦੋਂ ਬਾਅਦ ਬਗਰਾੜੀ ਦੇ ਵਿੱਚ ਜਾਮ ਲੱਗ ਗਿਆ, ਪੰਜਾਬ ਬੰਦ ਹੋ ਗਿਆ, ਸੜਕਾਂ ਜਾਮ ਹੋ ਗਈਆਂ, ਹਰੀ ਕਾ ਪੱਤਨ ਜਾਮ ਹੋ ਗਿਆ। ਉਦੋਂ ਬਾਅਦ ਤੜਕੇ 14 ਤਰੀਕ ਨੂੰ ਤੜਕੇ ਸਵਖਤੇ 2 ਸਿੰਘ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਗਏ। ਉਸ ਤੋਂ ਬਾਅਦ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ ਬਾਦਲ ਨੇ, ਉਹਨੇ ਇਨਸਾਫ ਨਾ ਦਿੱਤਾ, ਸੀਬੀਆਈ ਨੇ ਇਨਸਾਫ ਨਾ ਦਿੱਤਾ। ਉਸ ਤੋਂ ਬਾਅਦ ਜਦੋਜਹਿਦ ਕਰਦੇ ਰਹੇ, ਜੇਲ੍ਹਾਂ 'ਚ ਰਹੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਇਹ ਜਿਹੜੀਆਂ ਪੈੜਾਂ ਪ੍ਰਕਾਸ਼ ਸਿੰਘ ਬਾਦਲ ਦੇ ਘਰ ਵੱਲ ਜਾਂਦੀਆਂ ਇਹ ਦੋਸ਼ੀ ਆ। ਉਸ ਤੋਂ ਬਾਅਦ ਕੀ ਹੋਇਆ, ਸਰਕਾਰ ਬਦਲੀ, ਸਰਕਾਰ ਨੇ ਵੀ ਕੱਖ ਨਾ ਕੀਤਾ, ਬਗਰਾੜੀ ਮੋਰਚਾ ਲੱਗਿਆ। ਜੇ ਅਸੀਂ ਜਦੋਜਹਿਦ ਕੀਤੀ ਤੇ ਫਿਰ ਜਦੋਜਹਿਦ ਕਰਨ ਦੇ ਬਾਅਦ ਪੁਲਿਸ ਜਿਹੜੀ ਅਣਪਛਾਤੀ ਸੀ ਉਹਦੀ ਪਛਾਣ ਹੋ ਗਈ। ਸਰਸੇ ਵਾਲੇ ਸਾਹਿਬ ਦੇ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ 9 ਬੰਦੇ ਬਗਰਾੜੀ ਵਾਲੇ ਅੰਦਰ ਚਲੇ ਗਏ, 5 ਬੰਦੇ ਮਲਕਿਆਂ ਨੇ ਕੀਤੀ, ਉਹਨਾਂ ਨੇ ਕੀਤੀ। ਤੇ ਮਲੂਕੇ ਦੇ ਯਾਰ ਜਿਹੜੇ 10 ਸੀ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਿੱਥੇ ਕੀਤੀ ਭਗਤੇ ਦੇ ਵਿੱਚ, ਉਹ ਵੀ ਅੰਦਰ ਚਲੇ ਗਏ। ਉਸ ਤੋਂ ਬਾਅਦ ਪੁਲਿਸ ਕੰਵਰ ਵਿਜੇ ਪ੍ਰਤਾਪ ਦੀ ਸੈੱਟ ਬਣ ਗਈ, ਸੀਬੀਆਈ ਰੱਦ ਕਰਤੀ। ਹੁਣ ਕੀ ਕੀਤਾ, ਹੁਣ ਚੋਰ ਕੁੱਤੀ ਰਲ ਕੇ 9 ਚਲਾਨ ਕੰਵਰ ਵਿਜੇ ਪ੍ਰਤਾਪ ਨੇ ਪੇਸ਼ ਕਰਤੇ। 9ਵਾਂ ਤੋਂ ਬਾਅਦ ਕੰਵਰ ਵਿਜੇ ਪ੍ਰਤਾਪ ਨੇ ਇੱਕ ਰਿਪੋਰਟ ਮੈਨੂੰ ਦਿੱਤੀ। ਉਹ ਕਹਿੰਦਾ ਹੋ ਸਕਦਾ ਕਿ ਮੈਨੂੰ ਬਦਲ ਦੇਣ, ਕਿ ਜਿਹੜਾ ਤੁਲਨੰਦਾ ਇਹ ਬਹੁਤ ਇਹੀ ਮੈਨੂੰ ਤੰਗ ਕਰਦਾ, ਨਹੀਂ ਤਾਂ 10ਵਾਂ ਚਲਾਨ ਮੈਂ ਇਕੱਠਾ ਪੇਸ਼ ਕਰ ਦੇਣਾ ਸੀ। ਉਹ ਹੀ ਡਿੱਕਾ ਲੱਗਿਆ ਹੋਇਆ ਤੇ ਮੈਂ ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੱਸਦਾ। ਇਹ ਜਿਹੜੀ ਸਾਰੀ ਚੋਰ ਕੁੱਤੀ ਰਲ ਕੇ ਫੇਰ ਕੀ ਕੀਤਾ, ਕੇਸ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਪਾਲਿਸੀ ਬਣਾਈ ਸੈਂਟਰ ਨਾਲ, ਬੀਜੇਪੀ ਨਾਲ ਰਲ ਕੇ। ਉਹ ਕੀ ਕੀਤਾ, ਸੈਂਟਰ ਨਾਲ ਕੀ ਰਲ ਕੇ, ਪੰਧੇਰ ਕਲੇਰ ਗੁਰਦੀਪ ਸਿੰਘ ਕਲੇਰ SHO ਜੀ ਨੇ ਗੋਲੀਆਂ ਮਾਰੀਆਂ, ਉਹਦੇ ਨੂੰ ਵਕੀਲ ਕਰਕੇ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੇ। RSS ਚੀਮਾ ਉਹਨਾਂ ਦਾ ਵਕੀਲ ਹੈ। ਜੱਜ ਕਿਹੜਾ ਸੀ, ਜੱਜ ਉਸ ਦੇ ਕੇਸ ਲਵਾਇਆ ਕਿਹਦੇ, ਰਾਜਵੀਰ ਸਵਾਰਤਾ, ਬੀਜੇਪੀ ਤੇ ਚਟਾਲਿਆਂ ਨੇ ਸਾਰਾ ਰਲ ਮਿਲ ਕੇ ਉਹਨੂੰ ਭਰਤੀ ਕਰਾਇਆ। ਉਹਨਾਂ ਦੇ ਯਾਰ ਹੈ, ਉਹਨਾਂ ਨੇ ਰਲ ਕੇ ਅਤੁਲਨੰਦਾ ਨੇ ਤਰੀਕ 'ਚ ਪੇਸ਼ ਹੀ ਨਹੀਂ, ਚੋਰ ਕੁੱਤੀ ਰਲ ਕੇ ਸਾਡਾ ਜਿਹੜਾ ਕੇਸ ਹੈ ਉਹ ਖੂਹ ਖਾਤੇ ਪਾ ਕੇ ਉਹਦੀ ਜੜ ਵੱਢ ਦਿੱਤੀ। ਉਸ ਤੋਂ ਬਾਅਦ ਅਸੀਂ ਹਾਈ ਕੋਰਟ ਘੇਰੀ, ਅਸੀਂ ਸਾਰੇ ਜ਼ਿਲ੍ਹਿਆਂ 'ਚ ਦਿੱਤਾ,
ਇੱਥੋਂ ਤੱਕ ਕਿ ਸਾਡਾ ਮੁੱਦਾ ਜਿਹੜਾ ਪੂਰੀ ਦੁਨੀਆ 'ਚ ਉੱਠ ਗਿਆ। ਜੱਜ ਨੂੰ ਜਵਾਬ ਨਾ ਆਇਆ। ਜਦੋਂ ਹਾਈ ਕੋਰਟ ਘੇਰਿਆ, ਹਾਈ ਕੋਰਟ ਕੇ ਉੱਪਰ ਹਾਈ ਕੋਰਟ ਬੰਦ ਹੋ ਗਈ। ਕਹਿੰਦੇ ਜੱਜ ਸਾਹਿਬ ਨੂੰ ਕਰੋਨਾ ਹੋ ਗਿਆ, ਚੀਫ ਜਸਟਿਸ ਨੂੰ। ਚਲੋ ਜੇ ਚੀਫ ਜਸਟਿਸ ਨੂੰ ਕਰੋਨਾ ਹੋ ਗਿਆ ਸੀ, ਸਾਰੀ ਕੋ ਅਦਾਲਤ ਤੋਂ ਨਹੀਂ ਕਰੋਨਾ ਹੋ ਗਿਆ, ਸਾਰੀ ਅਦਾਲਤ ਬੰਦ ਹੋ ਗਈ, ਕਿਉਂਕਿ ਤੁਹਾਡੇ ਕੋਲ ਅਖਲਾਕ ਸੀ ਤੇ ਸੱਚ ਸੀਗਾ। ਉਸ ਤੋਂ ਬਾਅਦ ਅੱਜ ਫਿਰ ਕੀ ਹੈ? ਅੱਜ ਫਿਰ ਵੀ ਕੈਪਟਨ ਸਰਕਾਰ ਤੇ ਸਾਰੇ ਰਲੇ ਹੋਏ ਆ। ਵੇਖੋ ਕੈਪਟਨ ਬਾਦਲ, ਬੀਜੇਪੀ, ਇਹ ਸਾਰੇ ਰਲੇ ਹੋਏ ਆ। ਦੂਜੇ ਪਾਸੇ ਜਦੋਂ ਬਗਰਾੜੀ ਮੋਰਚੇ ਦੇ ਵਿੱਚ ਸਹੁੰ ਚੱਕ ਕੇ ਆਏ ਮੰਤਰੀ ਕਿਹੜੇ? ਰੰਧਾਵਾ ਸਾਹਿਬ ਵੀ ਦੋਸ਼ੀ ਹਨ, ਜਵਾਬ ਦੇਵੇ। ਬਾਜਵਾ ਸਾਹਿਬ ਗਏ ਗੁਰੂ ਗ੍ਰੰਥ ਸਾਹਿਬ ਕਰਕੇ, ਪਿਛਲੇ ਦਿਨੀ ਉਹਨਾਂ ਵੱਲੋਂ ਅਸਤੀਫਾ ਦੇਣ ਦੀ ਵੀ ਗੱਲ ਕੀਤੀ ਗਈ। ਤੁਹਾਨੂੰ ਲੱਗਦਾ ਕਿ ਅਸਤੀਫਾ ਸੱਚਾ ਸੀਗਾ? ਕਿਹੜਾ ਜੀ? ਉਹਦਾ ਡਰਾਮਾ ਕਰਨਾ ਹੀ ਪੈਂਦਾ ਹੁੰਦਾ। ਅਸਤੀਫਾ ਵਾਪਸ ਕਿਉਂ ਲਿਆ? ਕਿਉਂ ਵਾਪਸ ਲਿਆ? ਇਸ ਕਰਕੇ ਉਹ ਚੁੱਪ ਕਰਕੇ, ਉਹ ਤਾਂ ਕਹਿੰਦੇ ਸੀ ਇੱਥੇ ਅਸੀਂ ਬਰਾੜੀ ਆ ਕੇ ਬੈਠਾਂਗੇ। ਉਹ ਤਾਂ ਕਹਿੰਦੇ ਸੀ ਜੇ ਇਨਸਾਫ ਨਾ ਮਿਲਿਆ। ਇਹਦੇ ਵਿੱਚ ਜਿੱਥੇ ਹਰਮਿੰਦਰ ਗਿੱਲ ਵੀ ਦੋਸ਼ੀ ਆ, ਕਿੱਕੀ ਢਿੱਲੋਂ ਵੀ ਦੋਸ਼ੀ ਆ, ਇਹਦੇ ਵਿੱਚ ਆਪਣਾ ਕੁਲਬੀਰ ਜੀਰਾ ਵੀ ਦੋਸ਼ੀ ਆ, ਰੰਧਾਵਾ ਸਾਹਿਬ ਵੀ ਦੋਸ਼ੀ ਆ ਤੇ ਬਾਜਵਾ ਸਾਹਿਬ ਵੀ ਦੋਸ਼ੀ ਆ। ਸਾਰਿਆਂ ਨੇ ਰਲ ਕੇ, ਕਿਉਂਕਿ ਜਾਂ ਤਾਂ ਗੁਰੂ ਅੱਗੇ ਜ਼ਬਾਨ ਨਾ ਕਰੋ। ਉਹਨਾਂ ਨੇ ਕਿਹਾ ਸੀ ਅਸੀਂ ਸਾਰੀ ਜ਼ਬਾਨ ਕਰਕੇ ਕਰਾਂਗੇ। ਉਹ ਸਾਰੇ ਚੋਰ ਕਿਤੀ ਕੁਰਸੀਆਂ ਨੂੰ ਪੈ ਗਏ, ਸਾਰੇ ਭੱਜ ਗਏ। ਪਰ ਅਸੀਂ ਫਿਰ ਪੰਥ ਦਾ ਇਕੱਠ 1 ਜੂਨ ਨੂੰ, ਕਿਉਂਕਿ ਆਏ ਵਾਰ ਕਰਦੇ ਨੇ ਪੰਥ ਦਾ ਇਕੱਠ 1 ਜੂਨ ਨੂੰ ਬਗਰਾੜੀ ਕੀਤਾ। ਉੱਥੇ ਸਾਰਾ ਪੰਥ ਇਕੱਠਾ ਹੋ ਕੇ ਫੈਸਲਾ ਕਰੂਗਾ ਤੇ ਬਾਈ ਸਬਕ ਸਿਖਾ ਕੇ ਹਟਾਂਗੇ। ਜੇ ਅਸੀਂ ਅਣਪਛਾਤੇ ਲੱਭ ਲਿਆ ਨਾ ਤੇ ਇਹ ਸਾਰਾ ਕੁਝ ਲੱਭ ਲਾਂਗੇ। ਤੇ ਇਹ ਸਾਰਾ ਚੋਰ ਕੁੱਤੀ ਰਲ ਗਏ ਆ। ਤੇ ਵੇਖੋ ਅੱਜ ਤੁਸੀਂ ਕਹਿੰਦੇ ਹੋ ਆਪਾਂ ਆਪਸ ਵਿੱਚ ਬੈਠੇ ਆ, ਅਸੀਂ ਸਾਰੇ ਸਤਿਕਾਰਯੋਗ ਆ। ਹਿੰਦੂ ਧਰਮ ਦਾ ਸਤਿਕਾਰ ਕਰਦੇ ਆ, ਮੁਸਲਮਾਨ ਧਰਮ ਦਾ, ਸਾਈ ਦਾ ਸਤਿਕਾਰ ਕਰਦੇ ਆ। ਹੁਣ ਰੋਜ਼ ਕਹਿ ਦਿੰਦੇ ਆ ਜੀ ਬੰਦਾ ਪਾਗਲ ਹੋ ਗਿਆ, ਗੁਰੂ ਤੇ ਬਹਿ ਗਿਆ। ਕਹਿੰਦੇ ਬੰਦਾ ਦੇ ਦਿਮਾਗ 'ਚ ਫਰਕ ਆਇਆ, ਗੁਰੂ ਤੇ ਬਹਿ ਗਿਆ। ਕੋਈ ਕਹਿੰਦਾ ਸਰਕਟ ਸ਼ਾਟ ਹੋ ਗਿਆ। ਮੈਨੂੰ ਦੱਸੋ, ਜੇ ਬੰਦਾ ਪਾਗਲ ਹੈ ਉਹ ਆਪਦਾ ਪੁੱਤ ਨੂੰ ਕਿਉਂ ਨਹੀਂ ਮਾਰਦਾ ਜੀ? ਉਹਦੀ ਮਾਂ ਨੂੰ ਗਾਲਾਂ ਕਿਉਂ ਨਹੀਂ ਕੱਢਦਾ ਜੋ ਨਹੀਂ ਕੱਢਣੀਆਂ ਚਾਹੀਦੀਆਂ? ਜੇ ਉਹ ਕਹਿੰਦਾ ਪਾਗਲ ਹੋ ਗਿਆ, ਗੀਤਾ ਤੇ ਕਿਉਂ ਨਹੀਂ ਬੰਦਾ? ਪਾਗਲ ਹੋ ਕੇ ਉਹ ਕੁਰਾਨ ਤੇ ਕਿਉਂ ਨਹੀਂ ਬੰਦਾ? ਉਹ ਪਾਗਲ ਹੋ ਕੇ ਬਾਈਬਲ ਤੇ ਕਿਉਂ ਨਹੀਂ ਬੰਦਾ? ਉਹ ਬੰਦਾ ਪਾਗਲ ਹੋ ਕੇ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਤੇ ਪੈਂਦਾ। ਇਸ ਕਰਕੇ ਇੱਕ ਪਾਲਿਸੀ ਦੇ ਤਹਿਤ ਹੋ ਰਿਹਾ। ਆ ਹਰਿਆਣੇ 'ਚ ਹੋ ਗਿਆ ਹੈ, ਅੱਜ ਰਾਤ ਹੋ ਗਿਆ ਉੱਥੇ ਆਪਣੇ ਦੁਬਾਰਾ ਕੀ ਕਹਿੰਦੇ ਆ ਬੰਗਾ ਪਿੰਡ ਦੇ ਨੇੜੇ ਸੰਗਰੂਰ ਜ਼ਿਲ੍ਹੇ 'ਚ ਹੋ ਗਿਆ। ਇਸ ਕਰਕੇ ਜਾਣਬੁੱਝ ਕੇ ਸਾਡੇ ਗੁਰੂ ਨੂੰ ਜਲੀਲ ਕੀਤਾ ਜਾ ਰਿਹਾ, ਕਿਉਂਕਿ RSS ਦੀ ਪਾਲਿਸੀ ਹੈ ਕਿ ਜਿਹੜਾ ਸਿੱਖ ਧਰਮ ਹੈ ਹਿੰਦੂ ਧਰਮ ਦਾ ਇੱਕ ਅੰਗ ਹੈ। ਇਸ ਕਰਕੇ ਇਹ ਸਾਰੇ ਰਲ ਮਿਲ ਕੇ ਚੋਰ ਕੁੱਤੀ ਰਲ ਕੇ ਸਿੱਖ ਕੌਮ ਨੂੰ ਠੋਕਣਾ ਚਾਹੁੰਦੇ ਆ, ਪਰ ਅਸੀਂ ਠੋਕ ਨਹੀਂ ਸਕਦੇ। ਪਿਛਲੇ ਦਿਨੀ ਨਾ ਅੰਮ੍ਰਿਤਸਰ ਦੇ ਵਿੱਚ ਪਿੰਡ ਚੱਕ ਕਮਾਲ ਖਾਂ ਦੇ ਵਿੱਚ ਬਿਜਲੀ ਸ਼ਾਰਟ ਸਰਕਟ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਜਿਹੜੇ ਸੀ ਪੰਨੇ ਸੜ ਗਏ। ਕਿਤੇ ਨਾ ਕਿਤੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਲੱਗੀ। ਜੇ ਉਸ ਗੁਰਦੁਆਰੇ ਦੀ ਪਿੰਡ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ 4-5 ਗੁਰਦੁਆਰੇ ਨੇ। ਗੁਰੂ ਗ੍ਰੰਥ ਸਾਹਿਬ ਇੱਕ ਨੇ, ਧਰਮ ਇੱਕ ਆ, ਤਾਂ 4-4 5-5 ਗੁਰਦੁਆਰੇ ਕਿਉਂ ਬਣਾਏ ਗਏ ਨੇ? ਕਿਉਂਕਿ ਜੇ ਗੱਲ ਕਰੀਏ ਤਾਂ SGPC ਲੱਗਦਾ ਰਿਹਾ ਤੁਹਾਡੇ ਇਸ ਮੁੱਦੇ ਵੱਲ ਖਿਆਲ ਦੇ ਰਹੀ ਆ? ਤੁਸੀਂ ਮੈਨੂੰ ਇਹ ਦੱਸੋ, 1469 ਚ ਗੁਰੂ ਨਾਨਕ ਪਾਤਸ਼ਾਹ ਆਏ ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਆਏ, ਦੂਜੇ ਪਾਤਸ਼ਾਹ। ਤੀਜੇ ਪਾਤਸ਼ਾਹ ਅਮਰਦਾਸ ਜੀ ਸਾਨੂੰ ਜਾਤ ਪਾਤ ਚੋਂ ਕੱਢਿਆ। ਚੌਥੇ ਪਾਤਸ਼ਾਹ ਨੇ ਸਾਨੂੰ ਹਰਮੰਦਰ ਸਾਹਿਬ ਦਿੱਤਾ। ਛੇਵੇਂ ਪਾਤਸ਼ਾਹ ਨੇ ਸਾਨੂੰ ਆਪਣੇ 1604 ਚ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਤਾ ਤੇ ਛੇਵੇਂ ਪਾਤਸ਼ਾਹ ਨੇ 1608 ਚ ਮੀਰੀ ਪੀਰੀ ਇਕੱਠੀ ਕਰਤੀ। ਉਦੋਂ ਬਾਅਦ 7ਵੇਂ 8ਵੇਂ ਗੁਰੂ ਸਾਹਿਬ ਆਏ। 10ਵੇਂ ਪਾਤਸ਼ਾਹ ਨੇ ਸਾਨੂੰ 230 ਸਾਲ ਬਾਅਦ 1699 ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਨੂੰ ਜਾਤ ਪਾਤ ਚੋਂ ਕੱਢ ਕੇ ਖਾਲਸਾ ਬਣਾਤਾ ਵੀ ਅੱਜ ਤੋਂ ਬਾਅਦ ਸਿੱਖ ਦੀ ਕੋਈ ਜਾਤ ਨਹੀਂ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 550 ਸਾਲ ਹੋ ਗਏ ਸਿੱਖ ਕੌਮ ਨੂੰ ਹੋਣ ਚਾਹੀਦੀ ਨੂੰ, ਅੱਜ 550 ਸਾਲ ਹੋ ਗਏ ਨੇ ਤੇ ਸਾਨੂੰ 320 ਸਾਲ ਤੋਂ ਵੱਧ ਹੋ ਗਏ ਕਿ ਸਾਨੂੰ ਅੰਮ੍ਰਿਤ ਦੀ ਦਾਤ ਜਾਤ ਪਾਤ ਚੋਂ ਕੱਢਿਆ। ਹੁਣ ਪਤਾ ਕੀ ਕਹਿੰਦੇ ਆ? ਇਹ ਤਾਂ ਜੀ ਮਾਝੇ ਦਾ ਸਿੱਖ ਹੈ, ਇਹ ਮਾਲਵੇ ਦਾ ਸਿੱਖ ਹੈ, ਇਹ ਨਾਈ ਸਿੱਖ ਹੈ, ਇਹ ਝੂਰ ਸਿੱਖ ਹੈ, ਇਹ ਅਮਰੀਕਾ ਦਾ ਸਿੱਖ ਹੈ, ਇਹ ਜਰਮਨ ਦਾ ਸਿੱਖ ਹੈ, ਕੈਨੇਡਾ ਦਾ ਸਿੱਖ ਹੈ। ਇਹ ਸਿੱਖੀ ਨੂੰ ਵੰਡ ਦਿੱਤਾ। ਸਿੱਖ ਨਾ ਮਾਝੇ ਦਾ ਨਾ ਮਾਲਵੇ ਦਾ, ਸਿੱਖ ਤਾਂ ਗੁਰੂ ਦਾ। ਗੁਰੂ ਦਾ ਸਿੱਖ ਸਾਨੂੰ ਸਾਰਿਆਂ ਨੂੰ ਬਣਨਾ ਚਾਹੀਦਾ। ਇਸੇ ਤਰੀਕੇ ਜਾਤ ਪਾਤ ਤੋੜਤਾ। ਇਸੇ ਤਰੀਕੇ ਸਾਨੂੰ ਕਾਲਤਾ ਤੋਂ ਹੁਕਮ ਹੋਇਆ ਕਿ ਗੁਰਦੁਆਰਾ ਇੱਕ ਹੋਣਾ ਚਾਹੀਦਾ, ਇੱਕ ਸ਼ਮਸ਼ਾਨ ਘਾਟ ਤੇ ਇੱਕ ਗੁਰਦੁਆਰਾ, ਉਹਦੇ ਤੇ ਸਾਨੂੰ ਚੱਲਣਾ ਚਾਹੀਦਾ। ਤੇ ਸਾਨੂੰ ਕਾਲ ਤੱਕ ਦੇ ਹੁਕਮ ਦੇ ਮਗਰ ਹਰੇਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਬਣਾਉਣਾ ਸਾਹਿਬ ਦਾ ਹੁਕਮ ਆ ਤਾਂ ਫਿਰ 4-4 5-5 ਗੁਰਦੁਆਰੇ ਕਿਉਂ ਆ ਪਿੰਡਾਂ ਦੇ ਵਿੱਚ? ਮੈਂ ਉਹੀ ਸਵਾਲ ਫਿਰ ਕਰ ਰਿਹਾ। ਉਹ ਨਹੀਂ ਹੋਣੇ ਚਾਹੀਦੇ, ਪਰ ਕਾਲ ਤੱਕ ਦਾ ਜਿਹੜਾ ਜਥੇਦਾਰ ਸਹੀ ਅਜੇ ਬਣ ਹੀ ਨਹੀਂ ਰਿਹਾਗਾ। ਉਹ ਪਤਾ ਕੀ, ਉਹਦਾ ਪ੍ਰਕਾਸ਼ ਸਿੰਘ ਬਾਦਲ ਦੇ ਲਿਫਾਫੇ ਚੋਂ ਦਿੰਦਾ ਨਿਕਲਦਾ। ਉਹ ਨਿਕਲਿਆ ਜੀ ਪਹਿਲਾਂ ਗਿਆਨੀ ਗੁਰਬਚਨ ਸਿੰਘ ਨਿਕਲਿਆ, ਉਹਨੇ ਸਰਸੇ ਵਾਲੇ ਸਾਧ ਨੂੰ ਮਾਫੀ ਦੇਤੀ। ਹੁਣ ਲਿਫਾਫੇ ਜਿਹਨੂੰ ਕੋ ਹਰਪ੍ਰੀਤ ਨਿਕਲਿਆ, ਉਹਨੇ ਆ ਕਲੀਨ ਚਿੱਟ ਦੇਤੀ 328 ਸਰੂਪਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਹ ਬੀਬੀ ਜਗੀਰ ਕੌਰ ਤੇ ਦੂਜੇ ਸਾਰੇ ਜਦੋਂ ਲਿਫਾਫੇ 'ਚ ਨਿਕਲਦੇ ਆ, ਉਹ ਫਿਰ ਪੰਥ ਦੀ ਬੋਲੀ ਨਹੀਂ ਬੋਲਦੇ, ਸਿਧਾਂਤ ਦੀ ਬੋਲੀ ਨਹੀਂ ਬੋਲਦੇ। ਜੋ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਉਪਦੇਸ਼ ਦਿੱਤਾ ਉਹਦੀ ਬੋਲੀ ਨਹੀਂ ਬੋਲਦੇ। ਉਹ ਪ੍ਰਕਾਸ਼ ਸਿੰਘ ਬਾਦਲ ਤੇ ਇੱਕ ਵਿਅਕਤੀ ਦੀ ਬੋਲੀ ਬੋਲ ਰਿਹਾ। ਇਸ ਕਰਕੇ ਵਿਅਕਤੀ 'ਚੋਂ ਨਿਕਲ ਕੇ ਪੰਥ ਦਾ ਵਾਰਸ ਹੀ ਸਾਡਾ ਬਣਨਾ ਚਾਹੀਦਾ। ਸਾਡੇ ਨਾਲ ਐਡਵੋਕੇਟ ਨਵਪ੍ਰੀਤ ਸਿੰਘ ਮੰਨਨ ਨੇ। ਮੰਨਨ ਸਾਹਿਬ, ਅੱਜ ਤੁਹਾਡੇ ਵੱਲੋਂ 328 ਪਾਵਨ ਸਰੂਪਾਂ ਦਾ ਕੇਸ ਫੜਿਆ ਗਿਆ। ਅੱਜ ਕੋਰਟ ਨੇ ਕੀ ਤੁਹਾਨੂੰ ਜਿਹੜਾ ਹੁਕਮ ਦਿੱਤੇ ਹੋਏ ਨੇ? ਐਕਚੁਅਲੀ ਅੱਜ ਜਿਹੜਾ ਹੈਗਾ ਮੇਨ
ਕੋਰਮ ਕੋਰਟ ਦਾ ਪੂਰਾ ਨਹੀਂ ਸੀ ਹੈਗਾ ਤੇ ਉਹਦੇ ਦੌਰਾਨ ਇੱਕ ਸਟੈਨੋ ਸਾਹਿਬ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਆ ਗਏ ਸੀਗੇ, ਜਿਸ ਕਰਕੇ ਆਪਣਾ ਸਟੈਨੋ ਸਾਹਿਬ ਵੀ ਨਹੀਂ ਸੀਗੇ। ਇਸ ਕਰਕੇ ਜੱਜ ਸਾਹਿਬ ਨੇ ਅੱਗੇ ਜਿਹੜਾ ਹੈਗਾ ਡੇਟ ਉਹਦੇ ਵਿੱਚ ਕਿਹਾ ਕਿ 21 ਤਰੀਕ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਵੀ ਕਿੰਨੀ ਡੇਟ ਪਈ ਹੈ। 28 ਤਰੀਕ ਦੇ ਏਡ ਜਿਹੜੀ ਡੇਟ ਹੈ ਉਹ ਦੇਣਗੇ ਜੀ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਸਿੱਖਾਂ ਨੂੰ ਜਿਹੜਾ ਇਨਸਾਫ ਮਿਲੂਗਾ 328 ਪਾਵਨ ਸਰੂਪਾਂ ਦਾ? ਬਿਲਕੁਲ ਮਿਲੇਗਾ ਜੀ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਸਿੱਖ ਧਰਮ ਦੇ ਵਿੱਚ 328 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਖੁਰਦ-ਬੁਰਦ ਕੀਤੇ ਗਏ ਨੇ ਉਹਦਾ ਬਿਲਕੁਲ ਇਨਸਾਫ ਮਿਲੇਗਾ। ਇਹ ਉੱਚ ਅਦਾਲਤ ਜਿਹੜਾ ਜੁਡੀਸ਼ੀਅਲ ਕਮਿਸ਼ਨ ਹੈ ਇੱਕ ਉੱਚ ਅਦਾਲਤ ਹੈ ਜਿਹਦੇ ਵਿੱਚ ਆਪਾਂ ਆਪਣਾ ਕੇਸ ਜਿਹੜਾ ਉਹ ਆਪਣਾ ਫਾਈਲ ਕੀਤਾ। ਇਹ ਸਾਨੂੰ ਪੂਰਾ ਵਿਸ਼ਵਾਸ ਹੈ ਜੱਜ ਸਾਹਿਬ ਤੇ ਵੀ, ਮੈਂਬਰਾਂ ਤੇ ਵੀ, ਮੈਂਬਰ ਸਾਹਿਬਾਨ ਤੇ ਵੀ ਕਿ ਅਸੀਂ ਇਹ ਜੰਗ ਜ਼ਰੂਰ ਜਿੱਤਾਂਗੇ ਤੇ ਜੋ ਸਿੱਖ ਧਰਮ ਨਾਲ ਆਪਣਾ ਉਹਨਾਂ ਦੀਆਂ ਭਾਵਨਾਵਾਂ ਨਾਲ ਜੋ ਖੇਡਿਆ ਗਿਆ ਹੈ ਉਸ ਤੇ ਜੋ ਵੀ ਦੋਸ਼ੀ ਨੇ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਏਗੀ। ਜੇ ਹਾਈ ਕੋਰਟ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਕਰ ਦਿੱਤੀ ਆ ਤਾਂ ਇਹ ਕੇਸ ਵੀ ਕਿਸੇ ਪਾਸੇ ਸਿਰੇ ਲੱਗ ਸਕਦਾ ਆ। ਦੇਖੋ ਹਰ ਜਿਹੜਾ ਕੇਸ ਹੁੰਦਾ ਉਹਦਾ ਆਪਣਾ ਮੋਟਿਵ ਹੁੰਦਾ, ਉਹਦੇ ਆਪਣੇ ਐਵੀਡੈਂਸਿਸ ਹੁੰਦੇ ਆ, ਉਹਦਾ ਆਪਣਾ ਤਰੀਕਾ ਹੁੰਦਾ ਕਿੱਦਾਂ ਪੇਸ਼ ਕਰਨ ਦਾ। ਅਸੀਂ ਜਿਸ ਹਿਸਾਬ ਨਾਲ ਪੇਸ਼ ਕੀਤਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਨਰੇਬਲ ਹਾਈ ਕੋਰਟ ਨੇ ਉਹਨਾਂ ਦਾ ਕੇਸ ਖਾਰਜ ਕਰ ਦਿੱਤਾ ਤੇ ਸਾਰੇ ਕੇਸ ਹੀ ਖਾਰਜ ਹੋ ਜਾਣਗੇ। ਹਰ ਕੋਈ ਕਿਤੇ ਨਾ ਕਿਤੇ ਕੋਈ ਨਾ ਕੋਈ ਲਕੂਨਾ ਉਹਦੇ ਵਿੱਚ ਰਿਹਾ ਹੋਏਗਾ ਕਿ ਤਾਂ ਹੀ ਜਿਹੜੀ ਇੰਨੀ ਉੱਚ ਅਦਾਲਤ ਜਿਹੜੀ ਹੈਗੀ ਆ ਉਹਨੇ ਕੇਸਿਸ ਜਿਹੜਾ ਵਾ ਉਹਦਾ ਖਾਰਜ ਕੀਤਾ ਹੈ। ਬਾਕੀ ਦੇਖੋ ਜੁਡੀਸ਼ੀਅਲ ਕਮਿਸ਼ਨ ਜਿਹੜੀ ਹੈ ਸਰਵਉੱਚ ਅਦਾਲਤ ਹੈ ਜਿਹਦੇ ਵਿੱਚ ਅਸੀਂ ਆਪਣਾ ਜਿੰਨੇ ਵੀ ਸਿੱਖ ਧਰਮ ਹੈ ਉਹ ਪੂਰਾ ਆਪਣਾ ਵਿਸ਼ਵਾਸ ਲੈ ਕੇ ਇੱਥੇ ਆਏ ਨੇ। ਇਸ ਕਰਕੇ ਮੈਂ ਇਹ ਗੱਲ ਕਹੂੰਗਾ ਕਿ ਪੂਰਾ ਜੋ ਵੀ ਬਣਦੀ ਕਾਰਵਾਈ ਹੈ ਉਹਨਾਂ ਤੇ ਬਿਲਕੁਲ ਹੋਣੀ ਚਾਹੀਦੀ ਜਿਨ੍ਹਾਂ ਨੇ 328 ਸਰੂਪ ਗੁਰੂ ਮਹਾਰਾਜ ਦੇ ਖੁਰਦ-ਬੁਰਦ ਕੀਤੇ ਨੇ। ਵਕੀਲ ਸਾਹਿਬ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇ ਕੋਰਟ ਨੇ ਜਿਹੜਾ ਕੇਸ ਹੈ ਐਕਸੈਪਟ ਕਰ ਲਿਆ ਤਾਂ ਇਹਦੇ ਵਿੱਚ ਜਾਂਚ ਵੀ ਕਿਤੇ ਜ਼ਰੂਰੀ ਆ। ਕੋਈ ਜਾਂਚ ਅਧਿਕਾਰੀ ਵੇਖ ਕੇ ਲਾਇਆ ਜਾਏਗਾ? ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਜਾਂਚ ਅਧਿਕਾਰੀ ਹੋਵੇਗਾ? ਦੇਖੋ ਇਹ ਜਿਹੜੀ ਹੈਗਾ ਇਹ ਤੇ ਆਪਣਾ ਕੋਰਟ ਨੇ ਦੇਖਣਾ ਹੈ ਵੀ ਉਹ ਕਿਹਦੀ ਅੱਗੇ ਰਿਸਪੌਂਸਿਬਿਲਟੀ ਲਾਉਂਦੇ ਨੇ ਜਾਂ ਕਿਹਨੂੰ ਇਹ ਮਾਰਕ ਕਰਦੇ ਨੇ। ਇਹਦੇ ਵਿੱਚ ਉਹ ਜਿਹਨੂੰ ਵੀ ਮਾਰਕ ਕਰਨਗੇ ਸਾਡੇ ਕੋਲੇ ਪੂਰਾ ਪ੍ਰੂਫ ਹੈ ਵੀ 328 ਸਰੂਪ ਜਿਹੜੇ ਹੈਗੇ ਆ ਗੁਰੂ ਮਹਾਰਾਜ ਜੀ ਦੇ ਆਪਣਾ ਇਹਨਾਂ ਨੇ ਖੁਰਦ-ਬੁਰਦ ਕੀਤੇ ਆ ਉਹ ਵਿੱਚ ਲਾ ਕੇ ਆਪਣਾ ਜਿਹਦੀ ਵੀ ਇਨਕੁਆਇਰੀ ਲਾਉਣਗੇ। ਦੇਖੋ ਕਾਗਜ਼ਾਂ ਦੇ ਆਧਾਰ ਦੇ ਉੱਤੇ ਹੀ ਜਿਹੜਾ ਹੈਗਾ ਉਹ ਅਸੀਂ ਕੇਸ ਪਾਇਆ ਤੇ ਕਾਗਜ਼ਾਂ ਦੇ ਆਧਾਰ ਦੇ ਉੱਤੇ ਹੀ ਆਪਾਂ ਅੱਗੇ ਆਪਣੀ ਲੜਾਈ ਜਿਹੜੀ ਆ ਉਹ ਲੜ ਰਹੇ ਹਾਂ। ਸੋ ਸਨ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਐਡਵੋਕੇਟ ਮੰਨਨ ਜੀ ਜਿਨ੍ਹਾਂ ਦਾ ਕਹਿਣਾ ਕਿ ਕੋਰਟ ਨੇ ਕਰੋਨਾ ਨੂੰ ਵੇਖਦੇ ਹੋਏ 328 ਪਾਵਨ ਸਰੂਪਾਂ ਦੀ ਅਗਲੀ ਤਰੀਕ ਦੇ ਦਿੱਤੀ ਆ ਤਾਂ ਜਲਦ ਹੀ ਉਹਨਾਂ ਨੂੰ ਇਸ ਵਿੱਚ ਇਨਸਾਫ ਮਿਲੇਗਾ। ਕੈਮਰਾਮੈਨ ਅਸ਼ਦੀਪ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ।